ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਸਚ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਗੋਰਾ ਗੋਬਿੰਦ ਗੋਪਾਲ ਗੋਰਾ ਗੁਰ ਪੂਰਨ ਨਾਰਾਇਣ ਹੈ। ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿ ਉਦਾਹਰਣ ਹੈ। ਗੁਰ ਗੋਬਿੰਦ ਗੋਪਾਲ ਗੋਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾਂ ਦੇ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਅੱਜ 8ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ, ਜੋ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਆਪ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਮਨਾ ਰਹੇ ਹੋ। ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੇਮੀ ਪ੍ਰੇਮੀ ਗੁਰਮੁਖਾਂ ਨੂੰ 8ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਪ ਜੀ ਸੋਢ ਵੰਸ਼ ਵਿੱਚ ਪ੍ਰਗਟ ਹੋਏ। ਆਪ ਜੀ ਦੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ ਸਨ। ਕੀਰਤਪੁਰ ਸਾਹਿਬ ਵਿਖੇ ਆਪ ਨੇ ਅਵਤਾਰ ਧਾਰਿਆ। ਗੁਰੂ ਨਾਨਕ ਸ਼ਾਹੀ ਸੰਮਤ 187 ਨੂੰ 1713 ਬਿਕਰਮੀ ਸਾਵਨਵਦੀ ਨੌਵੀਂ, ਅੱਜ ਸਾਵਨਵਦੀ ਨੌਵੀਂ ਹੈ। ਦੇਸੀ ਤਰੀਕਾਂ ਦੇ ਮੁਤਾਬਕ ਅੱਜ ਹੀ ਗੁਰਪੁਰਬ ਬਣਦਾ ਹੈ।
ਸੋ ਸਾਵਣਵਦੀ ਨਾਮੀ ਨੂੰ ਦਿਨ ਵੀਰਵਾਰ ਸੀ 14 ਜੁਲਾਈ ਵੀ ਅੱਜ ਹੀ ਹੈ। ਸੰਨ 1656 ਈਸਵੀ ਨੂੰ ਪੁਨਰਵਸੀ ਜਦੋਂ 7ਵਾਂ ਨਛੱਤਰ ਸੀ, ਉਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖ ਨੂੰ ਭਾਗ ਲਾਉਂਦਿਆਂ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਨਾ ਦਾ ਨਾਮ ਸੀ ਰਾਜਾ ਰਾਮ, ਜੋ ਗੜ੍ਹ ਗੰਗਾ ਦਾ ਰਾਜਾ ਸੀ। ਨਾਨੀ ਦਾ ਨਾਮ ਸੀ ਸੁਖਦੇਈ। ਤੇ ਜਿੰਨੀਆਂ ਮਾਸੀਆਂ ਸਨ ਉਹ ਗੁਰੂ ਹਰਿ ਸਾਹਿਬ ਜੀ ਦੇ ਗ੍ਰਹਿ ਵਿਖੇ ਹੀ ਸਨ ਸਾਰੀਆਂ। ਨਾਨਕਾ ਪਿੰਡ ਅਨੂਪਪੁਰ ਗੜ੍ਹ ਗੰਗਾ ਜ਼ਿਲ੍ਹਾ ਬੁਲੰਦ ਸ਼ਹਿਰ ਯੂਪੀ ਦੇ ਵਿੱਚ ਜੋ ਹੈ। ਸਾਰੀ ਅਵਸਥਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ 7 ਸਾਲ 8 ਮਹੀਨੇ ਤੇ 24 ਦਿਨ ਹੋਈ ਹੈ। ਗੁਰਤਾ ਗੱਦੀ ਮਹਾਰਾਜ ਨੇ 2 ਸਾਲ 5 ਮਹੀਨੇ ਤੇ 20 ਦਿਨ ਕੀਤੀ ਹੈ। ਪਾਤਸ਼ਾਹੀ ਸਤਵੀਂ ਗੁਰੂ ਹਰਿ ਸਾਹਿਬ ਜੀ ਦੇ ਜੋਤੀ ਸਰੋਤ ਸਮਾਉਣ ਵਾਲੇ ਦਿਨ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਬੜੀ ਪ੍ਰਸਿੱਧ ਪੰਜੋਖਰਾ ਸਾਹਿਬ ਵਾਲੀ ਸਾਖੀ ਹੈ, ਜੋ ਇੱਥੋਂ ਆਪ ਜੀ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਹੈ। ਜੇ ਅੰਬਾਲੇ ਸ਼ਹਿਰ ਤੋਂ ਜਾਈਏ ਤਾਂ ਨਰੈਣਗੜ੍ਹ ਰੋਡ 'ਤੇ ਇੱਧਰੋਂ ਚੰਡੀਗੜ੍ਹੋਂ ਜਾਈਏ ਅਤੇ ਅੰਬਾਲਾ ਪਹੁੰਚਣ ਤੋਂ ਪਹਿਲਾਂ ਖੱਬੇ ਹੱਥ ਸੜਕ ਮੁੜਦੀ ਹੈ ਪੰਜੋਖਰਾ ਸਾਹਿਬ। ਪੰਜੋਖਰਾ ਪਿੰਡ ਦਾ ਨਾਮ ਹੈ ਅਤੇ ਪਿੰਡ ਦੇ ਬਾਹਰ ਉੱਚੇ ਟਿੱਲੇ 'ਤੇ ਗੁਰੂ ਸਾਹਿਬ ਦਾ ਆਸਣ ਸੀਗਾ। ਜਿੱਥੇ ਮਹਾਰਾਜ ਨੇ ਚਰਨ ਪਾਏ ਉੱਥੇ ਆਪਣੇ ਹੱਥੀਂ ਨਿਸ਼ਾਨ ਸਾਹਿਬ ਗੱਡ ਕੇ ਹੁਕਮ ਕੀਤਾ ਕਿ ਨਿਸ਼ਾਨ ਸਾਹਿਬ ਦੇ ਦਰਸ਼ਨ ਸਾਡੇ ਦਰਸ਼ਨਾਂ ਦਾ ਫਲ ਹੈ। ਇੱਥੇ ਗੂੰਗੇ ਅਤੇ ਬੋਲੇ ਛੱਜੂ ਝੀਰ ਦੇ ਕੋਲੋਂ ਗੀਤਾ ਦੇ ਅਰਥ ਕਰਾਏ। ਫਿਰ ਬਾਅਦ ਦੇ ਵਿੱਚ ਦਿੱਲੀ ਸ਼ਹਿਰ ਗਏ ਅਤੇ ਮਹਾਂਮਾਰੀ ਦੂਰ ਕੀਤੀ। ਇਹ ਸੰਖੇਪ ਰੂਪ ਦੇ ਵਿੱਚ ਬੇਨਤੀ ਕੀਤੀ ਹੈ। ਹੁਣ ਆਓ ਵਿਸਤਾਰ ਸੇ ਗੁਰੂ ਮਹਾਰਾਜ ਜੀ ਦਾ ਜੀਵਨ, ਉਹਦੀ ਕਥਾ ਵਿਚਾਰ ਸਰਵਣ ਕਰੋ। ਮਹਾਂਪੁਰਖ ਪਿੰਡਾਂ ਵਾਲੇ ਸੰਤ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਮੈਂ ਜੋ ਕਥਾ ਸੁਣੀ ਹੈ, ਉਹਨਾਂ ਦੀ ਆਵਾਜ਼ ਰਿਕਾਰਡ ਕੀਤੀ ਹੋਈ ਜਿਵੇਂ ਮਹਾਂਪੁਰਖਾਂ ਸੁਣਾਈ ਹੈ ਉਸੇ ਤਰ੍ਹਾਂ ਹੀ ਅੱਗੇ ਆਪ ਨੂੰ ਸਰਵਣ ਕਰਵਾ ਰਹੇ ਹਾਂ। 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਿ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰ ਬੋਲੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵਕਤ ਕੀਰਤਪੁਰ ਸਾਹਿਬ ਵਿਖੇ ਨਿਵਾਸ ਕਰ ਰਹੇ ਸਨ ਤਾਂ ਆਪ ਜੀ ਦੇ ਪਾਸ ਰਾਜਾ ਰਾਮ ਬਿਲੰਦਪੁਰ ਸ਼ਹਿਰ ਦਾ ਗੰਗਾਗੜ੍ਹ ਅਨੂਪਪੁਰ ਦਾ ਇੱਕ ਰਾਜਾ ਸੀ। ਇਹ ਆਪਣੀਆਂ ਰਾਣੀਆਂ ਦੇ ਆਪਣੀਆਂ ਸੁਪੁੱਤਰੀਆਂ ਦੇ ਸਮੇਤ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਪੁੱਜਾ। ਸਤਿਗੁਰਾਂ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਗੁਰੂ ਮਹਾਰਾਜ ਨੇ ਇਸ ਨੂੰ ਆਪਣੀ ਪਿਆਰੀ ਸਿੱਖੀ ਦੀ ਦਾਤ ਬਖਸ਼ੀ ਅਤੇ ਚਰਨਾਮ੍ਰਿਤ ਪੀ ਕੇ ਰਾਣੀਆਂ ਸਮੇਤ ਇਹ ਸਿੱਖ ਹੋ ਗਿਆ। ਉਸ ਵਕਤ ਰਾਣੀ ਨੇ ਰਾਜਾ ਰਾਮ ਦੇ ਤਾਈਂ ਕਿਹਾ, ਮਾਤਾ ਸੁਖਦੇਈ ਨੇ, ਇਹ ਰਾਜਾ ਸਾਹਿਬ ਮੇਰਾ ਚਿੱਤ ਕਰਦਾ ਹੈ ਕਿ ਗੁਰੂ ਮਹਾਰਾਜ ਦੇ ਪੋਤਰੇ ਸ੍ਰੀ ਗੁਰੂ ਹਰਿ ਸਾਹਿਬ ਦੇ ਨਾਲ ਮੈਂ ਆਪਣੀ
ਗੁਰੂ ਮਹਾਰਾਜ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਪੋਤਰੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਮੈਂ ਆਪਣੀ ਪੁੱਤਰੀ ਦੀ ਕੁੜਮਾਈ ਕਰਦੇ ਹਾਂ। ਇਹ ਸੁਣ ਕੇ ਰਾਜਾ ਰਾਮ ਬੜਾ ਪ੍ਰਸੰਨ ਹੋਇਆ। ਸਤਿਗੁਰੂ ਮਹਾਰਾਜ ਜੀ ਦੀ ਜਦੋਂ ਸ਼ਰਨ ਵਿੱਚ ਆਇਆ ਤਾਂ ਇਹਦੀਆਂ 4 ਰਾਣੀਆਂ ਸਨ। 4 ਰਾਣੀਆਂ ਦੀਆਂ 2-2 ਧੀਆਂ ਸਨ। 4 ਦੂਣੀ 8 ਪੁੱਤਰੀਆਂ ਸਨ। ਇਹ ਸਾਰੀਆਂ ਦੇ ਸਮੇਤ ਜਦ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਇਆ, ਉਸ ਵੇਲੇ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ, ਜਿਹੜੀ ਮੇਰੀ ਪੁੱਤਰੀ ਕ੍ਰਿਸ਼ਨ ਕੌਰ, ਇਸ ਦਾ ਨਾਮ, ਇਹਦਾ ਸੰਬੰਧ ਮੈਂ ਤੁਹਾਡੇ ਪੋਤਰੇ ਗੁਰੂ ਹਰਿ ਸਾਹਿਬ ਜੀ ਨੂੰ ਕਰਨਾ ਚਾਹੁੰਦਾ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪੋਤਰੇ ਗੁਰੂ ਹਰਿ ਸਾਹਿਬ ਜੀ, ਸੋ ਇਹਨਾਂ ਨੂੰ ਮੈਂ ਕਰਨਾ ਚਾਹੁੰਦਾ ਹਾਂ। ਭਾਈ ਮਨੀ ਸਿੰਘ ਸਾਹਿਬ ਨੇ ਪ੍ਰਸੰਗ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਹੈ। ਜਿਸ ਵਕਤ ਇਹਨੇ ਬੇਨਤੀ ਕੀਤੀ ਤਾਂ ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਦੀਵਾਨ ਸਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਹੋਈ। ਪੋਤਰੇ ਗੁਰੂ ਹਰਿ ਸਾਹਿਬ ਜੀ ਬਾਬਤ ਸੋ ਦੀਵਾਨ ਸਜਾ ਕੇ ਆਪਣੇ ਪੋਤਰੇ ਗੁਰੂ ਹਰਿ ਸਾਹਿਬ ਨੂੰ ਆਪਣੇ ਕੋਲ ਮੰਗਵਾਇਆ ਅਤੇ ਕੜਾ ਪ੍ਰਸ਼ਾਦ ਕਰਕੇ ਰਾਜੇ ਨੇ ਆਪਣੀ ਪੁੱਤਰੀ ਕ੍ਰਿਸ਼ਨ ਕੌਰ ਦਾ ਨਾਤਾ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਨਾਲ ਕਰ ਦਿੱਤਾ। ਬੜੀ ਸੰਗਤਾਂ ਦੇ ਵਿੱਚ ਵਧਾਈ ਹੋਈ। ਜਿਸ ਵਕਤ ਰਾਜੇ ਨੇ ਕਿਹਾ, ਮਹਾਰਾਜ ਮੇਰੇ ਰਾਜ ਵਿੱਚ ਗੰਗਾਗੜ੍ਹ ਵਿਖੇ ਪਹੁੰਚ ਕੇ ਆਪਣੇ ਪੋਤਰੇ ਨੂੰ ਵਿਆਹੁਣ ਵਾਸਤੇ ਆਓ, ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਅਸੀਂ ਉੱਥੇ ਨਹੀਂ ਜਾ ਸਕਦੇ, ਹੁਣ ਤੂੰ ਹੀ ਸਾਡਾ ਬਚਨ ਮੰਨ ਲਾ, ਇੱਥੇ ਹੀ ਸਾਡੀ ਹਜ਼ੂਰੀ ਵਿੱਚ ਸ਼ਾਦੀ ਕਰ ਦੇ ਗੁਰੂ ਹਰਿ ਸਾਹਿਬ ਦੀ। ਤਾਂ ਰਾਜਾ ਨਾਮ ਨੇ ਬੜੀ ਪ੍ਰਸੰਨਤਾ ਦੀ ਸਹਿਤ ਆਪਣੀਆਂ ਰਾਣੀਆਂ ਨਾਲ ਸਲਾਹ ਕਰਕੇ ਜਿਸ ਵਕਤ ਮਹਾਰਾਜ ਦੀ ਹਜ਼ੂਰੀ 'ਚ ਸਾਡੇ ਮਾਤਾ ਕ੍ਰਿਸ਼ਨ ਕੌਰ ਦੇ ਨਾਲ ਗੁਰੂ ਹਰਿ ਸਾਹਿਬ ਦੀਆਂ ਲਾਵਾਂ ਕਰਨ ਲੱਗਾ, ਲਾਵਾਂ ਹੋਣ ਲੱਗੀਆਂ ਤਾਂ ਐਨ ਉਸੇ ਵੇਲੇ ਜਿਹੜੀਆਂ ਮਾਤਾ ਕ੍ਰਿਸ਼ਨ ਕੌਰ ਦੀਆਂ ਭੈਣਾਂ ਸਨ, ਭਾਵ 4 ਰਾਣੀਆਂ ਦੀਆਂ ਲੜਕੀਆਂ, ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਮਾਤਾ ਚੰਦ ਕੌਰ, ਮਾਤਾ ਰਾਮ ਕੌਰ, ਮਾਤਾ ਕੋਟ ਕਲਿਆਣੀ ਜੀ, ਮਾਤਾ ਤੋਖੀ ਜੀ, ਮਾਤਾ ਅਨੋਖੀ ਜੀ, ਮਾਤਾ ਲਾਡੋ ਜੀ, ਮਾਤਾ ਪ੍ਰੇਮ ਕੌਰ ਜੀ, ਇਹ ਨਾਮ ਆਉਂਦਾ ਹੈ। ਮਾਤਾ ਕ੍ਰਿਸ਼ਨ ਕੌਰ ਸਮੇਤ ਇਹ ਭੈਣਾਂ ਸਨ। ਤਾਂ ਸਾਰੀਆਂ ਨੇ ਸਤਿਗੁਰੂ ਹਰਿ ਸਾਹਿਬ ਦਾ ਸਰੂਪ ਵੇਖ ਕੇ ਮੋਹਿਤ ਹੋ ਕੇ ਗੁਰੂ ਸਾਹਿਬ ਨੂੰ ਵਰਨਾ ਚਾਹਿਆ ਅਤੇ ਆਪਣੀ ਮਾਤਾ ਦੀ ਨਾਲ ਗੱਲ ਕੀਤੀ ਕਿ ਅਸੀਂ ਵੀ ਮਹਾਰਾਜ ਨਾਲ ਵਿਆਹ ਕਰਾਉਣਾ ਹੈ। ਅਤੇ ਮਾਤਾ ਸੁਖਦੇਈ ਨੇ ਰਾਜਾ ਰਾਮ ਨੂੰ ਆਖਿਆ ਵੀ ਰਾਜਾ ਸਾਹਿਬ, ਇੰਝ ਬੇਨਤੀ ਹੈ ਵੀ ਤੇਰੀਆਂ ਧੀਆਂ ਗੁਰੂ ਘਰ ਦੀ ਸੇਵਾ ਦੇ ਵਿੱਚ ਰਹਿਣਾ ਚਾਹੁੰਦੀਆਂ ਨੇ। ਤਾਂ ਮਹਾਰਾਜ ਦੇ ਅੱਗੇ ਰਾਜਾ ਰਾਮ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਮੇਰੀਆਂ ਜਿਹੜੀਆਂ 8 ਪੁੱਤਰੀਆਂ ਨੇ ਇਹ ਸਾਰੀਆਂ ਗੁਰੂ ਹਰਿ ਸਾਹਿਬ ਨੂੰ ਵਰਨਾ ਚਾਹੁੰਦੀਆਂ ਹਨ। ਤਾਂ ਫਿਰ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਨੇ ਪ੍ਰਸੰਨਤਾ ਨਾਲ ਕਿਹਾ, ਚੰਗਾ ਭਾਈ, ਜੇ ਕੋਈ ਗੁਰੂ ਘਰ ਦੀ ਸ਼ਰਨ ਆਵੇ ਤਾਂ ਗੁਰੂ ਘਰ ਨੂੰ ਆਪਣੀ ਸ਼ਰਨ ਬਖਸ਼ਦਾ ਹੈ। ਬਾਣੀ ਦੇ ਵਿੱਚ ਬਚਨ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਇਹ ਸਾਨੂੰ ਪ੍ਰਵਾਨੀ ਤੇਰੀਆਂ ਲੜਕੀਆਂ ਦੇ ਨਾਤੇ ਰਾਜੇ ਦੀ ਬੇਨਤੀ ਕਰਨ ਤੋਂ ਜਦ 6ਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਿ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਨਾਲ 8 ਲੜਕੀਆਂ ਦੀ ਸ਼ਾਦੀ ਕਰਨੀ ਹੈ, ਇਸ ਬਾਰੇ ਤੁਹਾਡੀ ਕੀ ਵਿਚਾਰ ਹੈ? ਤਾਂ ਸ੍ਰੀ ਗੁਰੂ ਹਰਿ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਮਨ ਵਿੱਚ ਸੰਤੋਖ ਬਖਸ਼ੋ ਜੀ। ਤਾਂ ਗੁਰੂ ਸਾਹਿਬ ਨੇ ਉਸ ਵੇਲੇ ਕਿਹਾ ਕਿ ਕੋਈ ਬਾਤ ਨਹੀਂ, ਇਹ ਸਮਾਧੀ ਸਥਿਤ ਰਹਿਣਗੀਆਂ, ਕੇਵਲ ਤੁਹਾਡੇ ਦਰਸ਼ਨ ਵੇਖ ਕੇ ਹੀ ਪ੍ਰਸੰਨ ਰਹਿਣਗੀਆਂ, ਇਹਨਾਂ ਦੇ ਅੰਦਰ ਵਿਕਾਰ ਦੀ ਭਾਵਨਾ ਨਹੀਂ ਹੋਵੇਗੀ।
इन्हां सारियां ने तुहानूं वरना चाहिया है, हुण तुसीं इन्हां नूं अंगीकार कर लवो, ना करो। तां सुण के श्री गुरु हरिराय साहिब महाराज के चरणों के श्री गुरु हरिराय साहिब जी ने महाराज छेवें पातशाह श्री गुरु हरगोबिंद साहिब के चरणों से मत्था टेकिया तो क्या सत बचन सच्चे पातशाह जिमें आप जी की आग्ञा होवे। तो उस वेले साध संगत जी माता कृष्ण गौर के नाल सतगुरु हरगोबिंद साहिब जी की हाजूरी दे विच 27 हाड़ संमत 1693 बिक्रमी नूं श्री गुरु ग्रंथ साहिब तो लावां का पाठ करके ते कीरतपुर साहिब विखे छेवें पातशाह गुरु साहिब दीयां परिक्रमा करके शादी हुई। फिर दूजियां साड़ियाँ मातावां ने गुरु हरिराय साहिब जी नाल लावां लईआं। इंज 8 राजे दियां पुत्रियां दी सतगुरां दे नाल राजे दियां 8 पुत्रियां दी गुरां दे नाल 27 हाड़ 1693 बिक्रमी नूं शादी हुई। भाई ज्ञानी ज्ञान सिंह ने थोड़े जे फर्क दे नाल लिखिया, उन्हें लिखिया कि 4 मातावां नाल शादी हुई है ते 4 उन्हां दीयां दासियां सन नाल सेवा वास्ते। पर गुर प्रताप सूरज ग्रंथ विच राजा राम गढ़गंगा अनूपपुर के राजे दियां 8 पुत्रियां नाल शादी हुई लिखी है। उत्थे केवल इन्ना ही लिखिया है भी राजे दियां 8 पुत्रियां नाल शादी हुई। उहदे थल्ले डॉक्टर भाई साहब भाई वीर सिंह ने कमेंट दिता है जो मैं बड़े ध्यान नाल पढ़िया। भाई वीर सिंह जी लिखते हैं कि जे सब तो वड्डी पुत्री 8 सालों की होवे, क्योंकि उदों 7-8 सालों की बच्ची विआही जाती सी, ते सब तो छोटी किन्ने की होवेगी 1 साल की। तो भाई वीर सिंह कहते भी इंज गल बनती नहीं कि 1 साल की कुड़ी दे नाल महाराज ने विआह किया होवे। उदों मेरे मन में भी शंका आया सीगा कि गल तो सही है भाई वीर सिंह साहब की भी 1 साल की बच्ची के नाल गुरु हरिराय साहब किवें आनंद कारज कर सकते या गुरु हरगोबिंद साहब जी किवें कर सकते हैं। पर गुरु प्यारी साध संगत जीओ, पुराने राजियां दीयां बहुतियां राणियां हुंदियां सीगियां, इक्को राणियां दीयां ही 8 पुत्रियां नहीं सन। जब मैं संतां की कथा सुनी बाबे गुरबचन सिंह दी तो सारे शंके शुदे निवृत्त हो गए। उन्हां महापुरखों की कथा सुनने का यही लाभ है कि मन में कोई सवाल नहीं पैदा होंदा, कोई भरम नहीं उठता, सारे शंके निवृत्त हो जाते हैं। महापुरखों ने अपनी रसना तो सरवण कराया कि राजा राम दियां 4 राणियां सीगियां ते 4 राणियां दियां 2-2 पुत्रियां सीगियां ते इंज अपने आप ही 8 पुत्रियां हो गई। 8 पुत्रियां की गुरां नाल शादी हुई। कवि संतोख सिंह जी ने लिखी है 2 नूं गुरां ने साहिबजादे बख्शे तो बाकियां के अंदर कोई विकार भावना नहीं हुई। वो केवल सतगुरां के दर्शन वेख के प्रसन्न रहिंदियां सन, उन्हां अंदर कोई पुत्र की भावना पैदा नहीं हुई। वो बाकी दियां मातावां शरधा दे नाल गुरु महाराज के दर्शन वेख के समाधि विच चंद कौर जी, तोखी जी, अनोखी जी, कोट कल्याणी जी, लाडो जी, प्रेम कौर जी, ये चित प्रसन्न होकर रहियां। दर्शन करके हर रोज़ गुरु हरिराय साहिब दे ते फिर प्रसाद छकिया करनियां, ये उन्हों का नियम सीगा। इंज होर कोई वासना ने अंदर दे है नहीं सीगी। ते जड़ियां 2 मातावां नूं साहिबजादे बख्शे वो भी गुरु हरिराय साहिब जी ने इंज साडे वांग साध संगत जीओ गृहस्थ आश्रम नहीं किया है। सतगुरु जी जप साहिब दे विच प्रपट रहे ने, केवल निगाह के नाल ही बख्शिश की है। दृष्टि के नाल ही निगाह भर के वेख के मातावां ने हल कर दिता। इउं गुरु हरिराय साहिब जी चढ़ती कला अवस्था च संतोख बिरती च रहे हैं। होया इंज, मैं भाई साहब भाई मणि सिंह साहब जी का गुरबिलास पातशाही 6वीं छोटी उम्र 2 बार पढ़िया।
ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਮਾਤਾ ਕ੍ਰਿਸ਼ਨ ਕੌਰ ਦੇ ਅੰਦਰ ਜਿਸ ਵਕਤ ਸਪੁੱਤਰ ਦੀ ਭਾਵਨਾ ਹੋਈ ਤਾਂ ਮਾਤਾ ਜੀ ਨੇ ਆਪਣੀ ਦਾਸੀ ਨੂੰ ਗੁਰੂ ਹਰਿ ਸਾਹਿਬ ਜੀ ਦੇ ਪਾਸ ਭੇਜਿਆ ਕਿ ਗੁਰੂ ਸਾਹਿਬ ਨੂੰ ਆਖੋ, ਮਹਾਰਾਜ ਕਿਰਪਾ ਕਰੋ, ਮੇਰੇ ਅੰਦਰ ਸਪੁੱਤਰ ਦੀ ਭਾਵਨਾ ਹੈ, ਮੇਰੇ ਮਹਿਲਾਂ ਜਾ ਕੇ ਮੇਰੀ ਇੱਛਾ ਪੂਰੀ ਕਰੋ। ਤਾਂ ਸਾਧ ਸੰਗਤ ਜੀ, ਉਹ ਗੁਰਬਿਲਾਸ ਪਾਤਸ਼ਾਹ ਛੇਵੀਂ ਭਾਈ ਮਣੀ ਸਿੰਘ ਨੇ ਲਿਖਿਆ ਕਿ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਨੇ ਮੂਲ ਮੰਤਰ ਲਿਖ ਕੇ ਦੇ ਦਿੱਤਾ। ਆਖਿਆ ਇਸ ਮੂਲ ਮੰਤਰ ਨੂੰ ਅੰਮ੍ਰਿਤ ਵੇਲੇ ਉੱਠਣਾ ਹੈ, ਸਮੇਤ ਕੇਸੀ ਇਸ਼ਨਾਨ ਕਰਨਾ ਹੈ। ਪਹਿਲਾਂ ਬਾਹਰੋਂ ਇਸ਼ਨਾਨ ਕਰਕੇ ਫਿਰ ਦੁੱਖ ਭੰਜਨੀ ਮੇਰੀ ਹੇਠ ਇਸ਼ਨਾਨ ਕਰਕੇ ਤੇ ਅੰਮ੍ਰਿਤ ਜਲ ਦੇ ਵਿੱਚ ਇਹਨੂੰ ਮੂਲ ਮੰਤਰ ਨੂੰ ਘੋਲ ਕੇ ਇਹਨੂੰ ਚੂਸ ਲੈਣਾ, ਇਹਨੂੰ ਛਕ ਲੈਣਾ ਹੈ ਤੇ ਤੁਹਾਡੀ ਇੱਛਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਪੂਰੀ ਕਰੇਗਾ। ਜਿਸ ਵਕਤ ਉਹ ਮੂਲ ਮੰਤਰ ਗੁਰਾਂ ਨੇ ਦਿੱਤਾ, ਦਾਸੀ ਦੀ ਰਾਹੀਂ ਮਹਾਰਾਜ ਨੇ ਭੇਜਤਾ, ਤਾਂ ਇਹ ਬਚਨ ਸੁਣ ਕੇ ਮੂਲ ਮੰਤਰ ਵੇਖ ਕੇ ਮਾਤਾ ਕ੍ਰਿਸ਼ਨ ਕੌਰ ਬੜੀ ਨਾਰਾਜ਼ ਹੋਈ ਕਿ ਤੇ ਮੈਂ ਤਾਂ ਮਹਾਰਾਜ ਦੀ ਮਹਿਲਾਂ 'ਚ ਦਰਸ਼ਨ ਕਰਨੇ ਸੀ ਤੇ ਮਹਾਰਾਜ ਨੇ ਮੂਲ ਮੰਤਰ ਮੈਨੂੰ ਭੇਜ ਦਿੱਤਾ ਹੈ। ਉਹ ਮੂਲ ਮੰਤਰ ਮਾਤਾ ਨੇ ਚੂਸਿਆ ਨਾ, ਜਲ 'ਚ ਪਾ ਕੇ ਪੀਤਾ ਨਾ, ਸਗੋਂ ਬੜੀ ਢਿੱਲੇ ਜਿਹੇ ਮੂੰਹ ਦੇ ਨਾਲ ਉਦਾਸੀਨ ਬਿਰਤੀ ਵਿੱਚ ਬੈਠੀ ਸੀ। ਜਦੋਂ ਮਾਤਾ ਕ੍ਰਿਸ਼ਨ ਕੌਰ ਨੇ ਬੀਬੀਆਂ ਵਾਲਾ ਸੁਭਾਅ ਇਹਦੇ ਮੁਤਾਬਕ ਆਪਣਾ ਗੁੱਸਾ ਦਿਖਾਇਆ, ਜਿਹੜੀ ਦੂਜੀ ਮਾਤਾ ਸੀ ਮਾਤਾ ਰਾਮ ਕੌਰ ਜੀ, ਮਤਲਬ ਉਹਦੀ ਭੈਣ, ਤੇ ਉਹਨੇ ਆਖਿਆ ਵੀ ਇਹ ਕੀ ਗੱਲ ਹੈ? ਕਹਿੰਦੀ ਆਹ ਬਾਤ ਹੈ। ਕਹਿੰਦੀ ਲਿਆਓ ਮੈਨੂੰ ਅਰਦਾਸ ਕਰ ਦਿਓ, ਮਹਾਰਾਜ ਵੱਲ ਮੂੰਹ ਕਰਕੇ ਤੇ ਮੈਨੂੰ ਅਰਦਾਸ ਕਰ ਦਿਓ, ਮੈਨੂੰ ਬਖਸ਼ਿਸ਼ ਦਿਓ। ਉਹਨੇ ਦਾਸੀ ਦੇ ਹੱਥੋਂ ਮੂਲ ਮੰਤਰ ਲੈ ਕੇ ਉਹ ਜਲ 'ਚ ਪਾ ਕੇ ਪੀ ਲਿਆ। ਅੰਮ੍ਰਿਤ ਵੇਲੇ ਤੱਕ ਨਾਲੇ ਮੂਲ ਮੰਤਰ ਦਾ ਪਾਠ ਕੀਤਾ, ਕੇਸੀ ਇਸ਼ਨਾਨ ਕਰਕੇ ਅੰਮ੍ਰਿਤ ਜਲ 'ਚ ਘੋਲ ਕੇ ਪੀ ਲਿਆ। ਤਾਂ ਗੁਰੂ ਸਾਹਿਬ ਦੇ ਦਿੱਤੇ ਮੂਲ ਮੰਤਰ ਚੂਸਣ ਤੋਂ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਬੜੇ ਸੋਹਣੇ ਸੁਨੱਖੇ ਸ਼੍ਰੀ ਬਾਬਾ ਰਾਮ ਰਾਏ ਜੀ ਦਾ ਅਵਤਾਰ ਹੋਇਆ। ਵੈਸੇ ਜਦ ਬਾਬਾ ਰਾਮ ਰਾਏ ਜੀ ਦੇ ਅਵਤਾਰ ਦੀ ਖਬਰ ਹੋਈ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਚਾਚਾ ਜੀ ਆ ਗਿਆ, ਵਾਹਿਗੁਰੂ ਤਾਇਆ ਜੀ ਆ ਗਿਆ, ਪ੍ਰਿਥੀਆ ਫਿਰ ਜੰਮ ਪਿਆ ਦੁਬਾਰਾ। ਰਹੋ ਵਿਚਾਰ ਜਦ ਤਗੜੇ ਹੋ ਗਏ ਤਾਂ ਰਾਮ ਰਾਏ ਜੀ ਉਸ ਵਕਤ ਭਾਵਨਾ ਕਰਕੇ ਬੜੇ ਖੇਡਣ, ਬੜੇ ਚੋਜ ਕਰਨ ਤੇ ਮੁੜ ਕੇ ਫਿਰ ਭਾਵਨਾ ਆਈ ਮਾਤਾ ਕ੍ਰਿਸ਼ਨ ਕੌਰ ਦੇ ਮਨ 'ਚ। ਫਿਰ ਉਹਨੇ ਦੁਬਾਰਾ ਤੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਮੈਂ ਭੁੱਲ ਗਈ ਹਾਂ, ਐਵੇਂ ਬੀਬੀਆਂ ਵਰਗੇ ਸੁਭਾਅ ਮੁਤਾਬਕ ਮੈਂ ਮਾਣ ਕਰ ਬੈਠੀ, ਮੈਂ ਤੁਹਾਡੇ ਦਰਸ਼ਨ ਚਾਹੁੰਦੀ ਸੀ ਆਪਣੇ ਮਹਿਲਾਂ 'ਚ, ਪਰ ਮੈਂ ਤੁਹਾਡੀ ਬਖਸ਼ਿਸ਼ ਨੂੰ ਨਹੀਂ ਜਾਣਿਆ। ਹੁਣ ਕਿਰਪਾ ਕਰਕੇ ਮੇਰੇ ਤਾਂ ਐਵੇਂ ਸੁਪੁੱਤਰ ਦੀ ਦਾਤ ਬਖਸ਼ੋ, ਜਿਵੇਂ ਮੇਰੀ ਵੱਡੀ ਭੈਣ ਦੇ ਘਰ ਆਪ ਨੇ ਸਾਹਿਬਜ਼ਾਦਾ ਬਖਸ਼ਿਆ, ਬੜਾ ਸੋਹਣਾ ਸੁਨੱਖਾ, ਮੈਨੂੰ ਵੀ ਦਿਓ। ਤਾਂ ਉਸ ਵੇਲੇ ਮਹਾਰਾਜ ਨੇ ਪ੍ਰਸੰਨ ਹੋ ਕੇ ਕਿਹਾ ਚੰਗਾ, ਹੁਣ ਤੈਨੂੰ ਗੁਰਤਾ ਗੱਦੀ ਦਾ ਮਾਲਕ ਸੁਪੁੱਤਰ ਬਖਸ਼ਦੇ ਆ, ਤਗੜੀ ਹੋ ਜਾ। ਇਹ ਜਾਣ ਕੇ ਮਾਤਾ ਨੂੰ ਉਸੇ ਤਰ੍ਹਾਂ ਮੂਲ ਮੰਤਰ ਲੈ ਕੇ ਦੁਬਾਰਾ ਤੋਂ ਮਹਾਰਾਜ ਨੇ ਦਿੱਤਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਤਾਂ ਮਾਤਾ ਕ੍ਰਿਸ਼ਨ ਕੌਰ ਨੇ ਗੁਰਾਂ ਦੇ ਦੱਸੇ ਮੁਤਾਬਕ ਅੰਮ੍ਰਿਤ ਵੇਲੇ ਉੱਠ ਕੇ ਸਣ ਕੇਸੀ ਇਸ਼ਨਾਨ ਕਰਕੇ ਫਿਰ ਦੁੱਖ ਭੰਜਨੀ ਬੇੜੀ ਹੇਠ ਇਸ਼ਨਾਨ ਕੀਤਾ ਤੇ ਦਿਨ ਚੜ੍ਹੇ ਤੱਕ ਮੂਲ ਮੰਤਰ ਦਾ ਪਾਠ ਕਰਦੀ ਰਹੀ। ਅੰਮ੍ਰਿਤ ਵੇਲੇ ਮੂਲ ਮੰਤਰ ਦਾ ਪਾਠ ਕਰਕੇ ਕਾਫੀ ਅਭਿਆਸ ਕਰਕੇ ਮਨ ਟਿਕਾ ਕੇ ਅੰਮ੍ਰਿਤ ਜਲ ਦੇ ਵਿੱਚ ਮੂਲ ਮੰਤਰ ਘੋਲ ਕੇ ਮਾਤਾ ਕ੍ਰਿਸ਼ਨ ਕੌਰ ਨੇ ਪੀ ਲਿਆ।
ਉਸੇ ਤਰ੍ਹਾਂ ਹੀ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜਦ ਮੂਲ ਮੰਤਰ ਚੂਸਿਆ ਉਸੇ ਵਕਤ ਹੀ ਆਪਣੀ ਜੋਤ ਮਾਤਾ ਦੇ ਉਦਰ ਵਿੱਚ ਲੈ ਕੇ ਪਹੁੰਚ ਗਏ। ਸਾਧ ਸੰਗਤ ਜੀ, ਗਰੀਬ ਨਵਾਜੀ ਅੰਤਰਜਾਮੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 1713 ਸੰਮਤ ਬਿਕਰਮੀ ਵੀਰਵਾਰ ਵਾਲੇ ਦਿਨ ਪੁਨਰਵਸੀ ਨਛੱਤਰ, ਅੱਜ ਸੌਣਵਦੀ ਹੈ ਨਾਵੀਂ। ਅੱਜ ਦੇ ਦਿਨ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ। ਸਭ ਸੰਗਤਾਂ ਨੂੰ ਮਹਾਰਾਜ ਜੀ ਦੇ ਅਵਤਾਰ ਧਾਰਨ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਮੂਹ ਸੇਵਾਦਾਰਾਂ, ਪ੍ਰਬੰਧਕਾਂ, ਸਮੂਹ ਪ੍ਰੇਮੀਆਂ ਨੂੰ ਲੱਖ ਲੱਖ ਵਧਾਈ ਹੋਵੇ। ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿਸ ਵਕਤ ਅਵਤਾਰ ਧਾਰਿਆ ਤਾਂ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ ਕਿ ਸਤਲੁਜ ਦੁੱਧ ਦਾ ਭਰ ਕੇ ਵਗਿਆ। ਉਸ ਦਿਨ ਪਤਾ ਇੰਜ ਲੱਗਾ ਜਿੰਨੇ ਸਿੱਖ ਇਸ਼ਨਾਨ ਕਰਨ ਗਏ ਸਾਰਿਆਂ ਨੇ ਦੁੱਧ ਇਸ਼ਨਾਨ ਕੀਤਾ ਸਤਲੁਜ ਦੇ। ਬੜੀ ਸੋਹਣੀ ਉਹਦੇ 'ਚੋਂ ਫਰਾਗਰੈਂਸ ਆਈ। ਪੈਰ ਦੇ ਤੜਕੇ ਦੁੱਧ ਦਾ ਸਤਲੁਜ ਵਗਿਆ ਅਤੇ 4 ਘੜੀਆਂ ਜਿਸ ਵਕਤ ਤੜਕਾ ਹੋ ਗਿਆ ਤਾਂ ਪਾਣੀ ਉਸ ਵੇਲੇ ਫਿਰ ਪਾਣੀ ਬਣ ਗਿਆ। ਦੁੱਧ ਜਿੰਨਾ ਚਿਰ ਅੰਮ੍ਰਿਤ ਵੇਲਾ ਰਿਹਾ ਉਨਾ ਚਿਰ ਵਗਦਾ ਰਿਹਾ। ਇੰਜ ਸਿੱਖਾਂ ਨੇ ਹੈਰਾਨ ਹੋ ਕੇ ਜਿਹੜੇ ਗੜਵੇ ਆਦਿਕ ਬਰਤਨ ਭਰ ਕੇ ਲਿਆਂਦੇ ਸਨ ਉਹ ਮਹਾਰਾਜ ਸਾਹਿਬ ਦੀ ਹਜ਼ੂਰੀ 'ਚ ਦਰਸ਼ਨ ਕਰਾਏ ਕਿ ਮਹਾਰਾਜ ਦੁੱਧ ਦਾ ਸਤਲੁਜ ਹੋ ਗਿਆ, ਵੇਖ ਲਓ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅਵਤਾਰ ਦੀ ਏਡੀ ਭਾਰੀ ਖੁਸ਼ੀ ਕੁਦਰਤ ਨੇ ਮਨਾਈ। ਇਸੇ ਪ੍ਰਕਾਰ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਭਾਈ ਇਹ ਸੰਸਾਰ ਦੇ ਤਾਰਨ ਵਾਸਤੇ ਗੁਰੂ ਨਾਨਕ ਦੀ 8ਵੀਂ ਜੋਤ ਪ੍ਰਗਟ ਹੋਏ ਹੈ। ਇੰਜ ਸਾਧ ਸੰਗਤ ਜੀ ਗੁਰੂ ਮਹਾਰਾਜ ਦਾ ਅਵਤਾਰ ਹੋਇਆ ਹੈ, ਖੁਸ਼ੀਆਂ ਭਰਿਆ ਕੀਰਤਪੁਰ ਸਾਹਿਬ ਦੇ ਵਿੱਚ ਹੋਇਆ ਹੈ। ਖੁਸ਼ੀ ਵਿੱਚ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਜਿਹੜੇ ਗੁਰੂ ਹਰਿ ਸਾਹਿਬ ਦੇ ਮਹਿਲ ਹਨ, 6ਵੇਂ ਪਾਤਸ਼ਾਹ ਵੀ ਉੱਥੇ ਰਹਿੰਦੇ ਰਹੇ ਹਨ। ਅੱਜ ਕੱਲ੍ਹ ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਹੈ ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਹੋਇਆ ਹੈ। ਜਦੋਂ ਗੁਰੂ ਹਰਿ ਸਾਹਿਬ ਪਾਸ ਆਪ ਨੂੰ ਲੈ ਕੇ ਗਏ ਤਾਂ ਸਤਿਗੁਰਾਂ ਨੇ ਮੂਲ ਮੰਤਰ ਦੁਆਰਾ ਨਾਮ ਅੰਮ੍ਰਿਤ ਆਪ ਜੀ ਦੇ ਮੁਖ ਵਿੱਚ ਪਾਇਆ, ਯਾਨੀ ਅੰਮ੍ਰਿਤ ਦੀ ਗੁੜਤੀ ਦਿੱਤੀ ਨਾਮ ਦੀ। ਅਤੇ ਨਾਮ ਆਪ ਦਾ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਹਰਿ ਸਾਹਿਬ ਨੇ ਖੁਦ ਆਪ ਰੱਖਿਆ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਾਲਕ ਅਵਸਥਾ ਤੋਂ ਹੀ ਬਹੁਤ ਹੋਣਹਾਰ ਸਰੂਪ ਸੀ। ਬਾਲਕ ਅਵਸਥਾ ਦੇ ਵਿੱਚ ਹੀ ਮਹਾਰਾਜ ਸਾਹਿਬ ਹਰ ਰੋਜ਼ ਸੇਵਕਾਂ ਦੀ ਗੋਦੀ ਵਿੱਚ ਹੀ ਆਉਂਦੇ ਅਤੇ ਆ ਕੇ ਆਪ ਜੀ ਨੂੰ ਹਮੇਸ਼ਾ ਨਮਸਕਾਰ ਕਰਦੇ ਆ। ਉਸ ਤੋਂ ਬਾਅਦ ਕੁਝ ਖਾਣਾ ਪੀਣਾ ਕਰਿਆ ਕਰਦੇ, ਨਿਯਮ ਸੀ। ਜਦੋਂ ਦੀ ਆਪ ਜੀ ਨੇ ਸੁਰਤ ਸੰਭਾਲੀ ਹੈ ਉਦੋਂ ਦਾ ਨਿਤਨੇਮ ਸੀ। ਇੰਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਰਤਦੇ ਰਹੇ। ਫਿਰ ਗੁਰੂ ਹਰਿ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਰਾਗੀਆਂ ਦੇ ਕੀਰਤਨ ਕਰਦਿਆਂ ਵੇਖ ਕੇ ਆਪ ਨੂੰ ਸ਼ੌਂਕ ਜਾਗਿਆ ਕਿ ਮਹਾਰਾਜ ਸਾਨੂੰ ਵੀ ਸਰੰਦਾ ਸਿਖਾਓ। ਜਿਹੜਾ ਸਰੰਦਾ ਸਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬਣਾਇਆ, ਰਬਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਣਾਈ ਹੈ ਅਤੇ ਸਰੰਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਣਾਇਆ ਹੈ। ਜਿਵੇਂ ਡਮਰੂ ਸ਼ਿਵ ਜੀ ਦਾ ਹੈ, ਇੰਜ ਰਬਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਅਤੇ ਸਰੰਦਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਤੇ ਨਗਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੈ। ਇਹ ਸਰੰਦਾ ਸਾਜ ਗੁਰੂ ਹਰਿ ਸਾਹਿਬ ਨੇ ਪਹਿਲੇ ਦਿਨ ਹੀ ਪਕੜ ਕੇ ਆਖਿਆ ਕਿ ਲਓ ਸਾਹਿਬਜ਼ਾਦਾ ਸਤਿਗੁਰੂ ਜੀ, ਤੁਸੀਂ ਸਰੰਦਾ ਪਕੜੋ, ਤੁਸੀਂ ਵਜਾ ਸਕਦੇ ਹੋ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗਾਜ ਉੱਪਰ ਫੇਰਨ ਲੱਗੇ ਅਤੇ ਉਸ ਵਕਤ ਸਾਰੇ ਰਾਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਫੁਰ ਆਏ, ਕਿਉਂਕਿ ਆਪ ਸਾਰਿਆਂ ਰੰਗਾਂ ਦੇ ਕਰਤਾ ਜੋ ਹੋਏ ਸਤਿਗੁਰੂ ਜੀ, ਸਾਰਿਆਂ ਸਾਜ਼ਾਂ ਨੂੰ ਆਪ ਬਣਾਉਣ ਵਾਲੇ ਜੋ ਹੋਏ। ਇਉਂ ਬਾਲਕ ਅਵਸਥਾ ਵਿੱਚ ਆਪ ਬੜੇ ਪ੍ਰੇਮ ਦੇ ਸ਼ੌਂਕ ਨਾਲ ਸਰੰਦਾ ਵਜਾਇਆ ਕਰਦੇ ਅਤੇ ਬਾਲਕ ਅਵਸਥਾ ਵਿੱਚ ਸੱਚੇ ਪਾਤਸ਼ਾਹ ਜੀ ਪੋਥੀਆਂ ਵੀ ਲਿਖਿਆ ਕਰਦੇ। ਮਹਾਰਾਜ ਨੂੰ ਲਿਖਣ ਦਾ ਬੜਾ ਸ਼ੌਂਕ ਸੀਗਾ ਗੁਰਮੁਖੀ। 5 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਨੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪਾਠ ਸੰਪੂਰਨ ਕਰ ਲਿਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸਹਿਜ ਪਾਠ ਡੇਲੀ ਕਰਿਆ ਕਰਦੇ ਸੀ। ਨਾਲ ਪੰਜ ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ ਤੇ ਨਾਲ ਕੀਰਤਨ ਕਰਦੇ ਸਨ ਤੇ ਨਾਲ ਪੋਥੀਆਂ ਵੀ ਲਿਖਦੇ ਸੀ। ਆਪ ਜੀ ਦੀ ਲਿਖੀ ਹੋਈ ਪੋਥੀ ਬਾਬੇ ਗੁਰਦਿੱਤੇ ਜੀ ਨੂੰ ਜਿੱਥੇ ਬਾਬਾ ਸ੍ਰੀ ਚੰਦ ਨੇ ਜੋਗ ਦੀ ਕਲਾ ਵਾਲੀ ਟੋਪੀ ਦਿੱਤੀ ਸੀ, ਉਹ ਟੋਪੀ ਦੇ ਦਰਸ਼ਨ ਹੁੰਦੇ ਨੇ ਜਿਸ ਮੰਦਰ 'ਚ, ਉੱਥੇ ਗੁਰੂ ਸਾਹਿਬ ਦੀ ਹੱਥ ਲਿਖਤ ਪੋਥੀ ਪਈ ਹੈ। ਜਿੱਥੇ ਕੀਰਤਪੁਰ ਸਾਹਿਬ ਵਿਖੇ ਹੈ ਉਹ ਬੀਬੀ ਵੀਰੋ ਦਾ ਰੁਮਾਲ ਹੈ, ਉੱਥੇ ਵੀ ਮਹਾਰਾਜ ਦੀ ਪੋਥੀ ਦੇ ਦਰਸ਼ਨ ਕਰਾਏ ਜਾਂਦੇ ਨੇ, ਜਿਸ ਵਿੱਚ ਗੁਰਸਿੱਖਾਂ ਦੇ ਜੀਵਨ ਦੀਆਂ ਸਾਖੀਆਂ ਵਾਲੀ ਪੋਥੀ ਵੀ ਆ। ਕਈ ਪਾਸ ਭਾਗ ਵਿੱਚੋਂ ਵੀ ਸਾਖੀਆਂ ਨੇ, ਕਈ ਗੁਰੂ ਮਹਾਰਾਜ ਦੀਆਂ ਆਪਣੀਆਂ ਸਾਖੀਆਂ ਨੇ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਲਮ ਦੇ ਨਾਲ ਬੜੀ ਖੁਸ਼ ਖਤ, ਬੜੀ ਸੁੰਦਰ ਲਿਖਾਈ ਹੈ। ਇਹ ਬਾਲਕ ਅਵਸਥਾ ਵਿੱਚ ਮਹਾਰਾਜ ਦਾ ਸ਼ੌਂਕ ਸੀਗਾ। ਗੁਰੂ ਸਾਹਿਬ ਨੇ ਸਾਧ ਸੰਗਤ ਜੀ ਉਹ ਪੋਥੀ ਸਾਹਿਬ ਲਿਖੀ ਹੈ। ਉਹ ਜਿਹੜੇ ਉੱਥੋਂ ਦੇ ਪ੍ਰੇਮੀ ਰਹਿਣ ਵਾਲੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਲਿਖੀ ਹੋਈ ਹੈ। ਇੰਜ ਮਹਾਰਾਜ ਨੇ ਬਾਲਕ ਅਵਸਥਾ ਦੇ ਵਿੱਚ ਪੋਥੀ ਲਿਖੀ। ਆਪ ਦੀ ਨਿਸ਼ਾਨੀ ਕੀਰਤਪੁਰ ਸਾਹਿਬ 'ਚ ਮੌਜੂਦ ਹੈ। ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਨਿਤਨੇਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਮੇਸ਼ਾ ਕਰਿਆ ਕਰਦੇ ਆ। ਰਾਮ ਰਾਏ ਵੀ ਗੁਰੂ ਮਹਾਰਾਜ ਦੇ ਹਮੇਸ਼ਾ ਦਰਸ਼ਨ ਕਰਿਆ ਕਰਦੇ ਆ। ਇੱਕ ਦਿਨ ਦੀ ਗੱਲ ਹੈ, ਇੱਕ ਪਰਦੇਸੀ ਸਿੱਖ ਗੁਰੂ ਹਰਿ ਸਾਹਿਬ ਦੇ ਚਰਨਾਂ 'ਚ ਵੱਜਾ, ਬੇਨਤੀ ਕੀਤੀ, ਮਹਾਰਾਜ ਦੋਵੇਂ ਸਾਹਿਬਜ਼ਾਦੇ ਬੜੇ ਲਾਇਕ ਨੇ, ਬੜੇ ਸੁੰਦਰ ਸਰੂਪ ਨੇ, ਵੇਖ ਕੇ ਚਿੱਤ ਮੋਹਿਆ ਜਾਂਦਾ ਹੈ, ਕਿਰਪਾ ਕਰਕੇ ਮੈਨੂੰ ਆਪ ਹੀ ਦੱਸੋ ਕਿ ਗੁਰਤਾ ਦੇ ਮਾਲਕ ਆਪ ਦੋਹਾਂ ਸਾਹਿਬਜ਼ਾਦਿਆਂ 'ਚੋਂ ਕਿਹਨੂੰ ਬਣਾਵੋਗੇ। ਤਾਂ ਮਹਾਰਾਜ ਨੇ ਕਿਹਾ, ਸਿੱਖਾ ਕਿ ਜਿਹੜਾ ਤੇਰਾ ਪ੍ਰਸ਼ਨ ਹੈ ਠੀਕ ਨਹੀਂ। ਇਹ ਜਿਸ ਵਕਤ ਗੁਰੂ ਸਾਹਿਬ ਜੋਤੀ ਜੋਤ ਸਮਾਉਣ ਲੱਗਦੇ ਹੈ ਉਸ ਵਕਤ ਉਹ ਕੌਤਕ ਕਰਦੇ ਹੈ ਅਤੇ ਫਿਰ ਸਾਰੀਆਂ ਸੰਗਤਾਂ ਦੇ ਵਿੱਚ ਨਵੇਂ ਸਤਿਗੁਰੂ ਪ੍ਰਗਟ ਕਰ ਦਿੰਦੇ ਹੈ। ਤੂੰ ਇਹ ਗੁਪਤ ਪ੍ਰਸ਼ਨ ਪੁੱਛਿਆ ਹੈ ਜੋ ਹੁਣੇ ਕਰਨਾ ਤੈਨੂੰ ਯੋਗ ਨਹੀਂ ਹੈ। ਤਾਂ ਉਸੇ ਕਹਿਣ ਲੱਗਾ, ਮਹਾਰਾਜ ਮੈਂ ਪਰਦੇਸੀ ਬੰਦਾ, ਪਤਾ ਨਹੀਂ ਕਾਬਲ ਕੰਧਾਰ ਕਿੱਧਰੋਂ ਆਇਆ ਸੀਗਾ, ਸ਼ਾਇਦ ਕਾਬਲ ਤੋਂ ਹੀ ਸੰਗਤ ਦੇ ਨਾਲ ਆਇਆ ਸੀ। ਕਹਿੰਦਾ ਮਹਾਰਾਜ ਮੁੜ ਕੇ ਪਤਾ ਨਹੀਂ ਸਾਲ 2 ਸਾਲ ਬਾਅਦ ਕਦੋਂ ਆਉਣਾ ਹੋਏ ਨਾ ਹੋਏ, ਜੇ ਹੁਣੇ ਪਤਾ ਲੱਗ ਜਾਏ ਤਾਂ ਮਹਾਰਾਜ ਮੈਨੂੰ ਨਿਸ਼ਚਾ ਜਾਵੇ ਕਿ ਕਿਸ ਵਿੱਚ ਗੁਰੂ ਨਾਨਕ ਦੀ ਜੋਤ 8ਵੇਂ ਥਾਂ ਵਾਪਰਨੀ ਹੈ। ਇਹ ਕਿਰਪਾ ਕਰਕੇ ਮਹਾਰਾਜ ਮੈਨੂੰ ਹੁਣੇ ਦੱਸੋ। ਸੁਣ ਕੇ ਗੁਰੂ ਸਾਹਿਬ ਗੁਰੂ ਹਰਿ ਸਾਹਿਬ ਨੇ ਕਿਹਾ, ਚੰਗਾ ਭਾਈ ਸੰਗਤ ਨੂੰ ਨਾ ਦੱਸੀ। ਦੋਵੇਂ ਸਾਹਿਬਜ਼ਾਦੇ ਕਮਰਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ ਰਹੇ ਹੈ, ਤੂੰ ਉੱਥੇ ਜਾ ਕੇ ਦਰਸ਼ਨ ਕਰ ਤੇ ਨਾਲ ਆ ਸੂਈ ਸਾਥੋਂ ਲੈ ਜਾ। ਜਿਨ੍ਹਾਂ ਦੇ ਦਰਸ਼ਨ ਕਰਕੇ ਸੂਈ ਢਲ ਕੇ ਮੋਹ ਵਾਂਗ ਨਰਮ ਹੋ ਜਾਏ ਤੇ ਢਲ ਕੇ ਮੰਜੀ ਸਾਹਿਬ ਦੇ ਪਾਵੇ ਵਿੱਚ ਹੀ ਵੜ ਜਾਏ, ਉਹ ਸਮਝੀ ਕਿ ਗੁਰਿਆਈ ਦੇ ਮਾਲਕ ਹਨ। ਇਹ ਸੁਣ ਕੇ ਸਿੱਖ ਚਲਿਆ ਗਿਆ। ਜਿੱਥੇ ਸ਼੍ਰੀ ਬਾਬਾ ਰਾਮ ਰਾਏ ਜੀ ਪਾਠ ਕਰ ਰਹੇ ਸਨ, ਗੁਰੂ ਗ੍ਰੰਥ ਸਾਹਿਬ ਦਾ ਉੱਥੇ ਕੋਲ ਜਾ ਕੇ ਬੈਠ ਗਿਆ। ਬੜੀ ਮਿੱਠੀ ਆਵਾਜ਼ ਹੈ, ਬੜੀ ਤਿੱਖੀ ਸਾਊਂਡ ਹੈ, ਜਿਹਦੇ ਨਾਲ ਇਹ ਸਪਸ਼ਟ ਪਾਠ ਕਰਦੇ ਪਏ ਨੇ। ਬਾਲਕ ਅਵਸਥਾ, ਕਿਸ਼ੋਰ ਅਵਸਥਾ ਰਾਮ ਰਾਏ ਜੀ ਦੀ ਕਰੀਬ 11-12 ਸਾਲ ਦੀ ਉਮਰ ਹੈ। ਸਿੱਖ ਬਹੁਤ ਪ੍ਰੇਮ ਨਾਲ ਪਾਸ ਬੈਠ ਕੇ ਪਾਠ ਸੁਣਦਾ ਰਿਹਾ। ਜਦੋਂ ਸਿੱਖ ਗਿਆ ਅੰਦਰ ਤੇ ਇਹ ਹੁਕਮਨਾਮਾ ਆਇਆ, ਬਾਬਾ ਜੀ ਰਾਮ ਰਾਏ ਜੀ ਮੂੰਹ 'ਚ ਪੰਕਤੀ ਸੀ, ਗੌੜੀ ਸੁਖਮਨੀ ਮਹੱਲਾ 5ਵਾਂ ਦੀ, ਇਹ 12ਵੀਂ ਅਸ਼ਟਪਦੀ ਦੀ ਪੰਕਤੀ ਹੈ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਗਵੈ। ਕਿ ਅਨੇਕ ਯਤਨ ਕਰਨ ਨੂੰ ਆਤਮਾ ਜਾਂ ਮਨ ਦਰਵਦਾ ਨਹੀਂ ਹੈ ਤੇ ਹਰੀ ਦੀ ਦਰਗਾਹ ਨੂੰ ਕਿਵੇਂ ਜਾ ਸਕੀਦਾ। ਇਹ ਤੁਕਾਂ ਪੜ੍ਹਦੇ ਆ ਜਦੋਂ, ਤਾਂ ਉਦੋਂ ਸਿੱਖ ਨੇ ਮੰਜੀ ਸਾਹਿਬ ਦੇ ਘੂੜੇ ਨਾਲ ਸੂਈ ਲਾਈ, ਪਰ ਸੂਈ ਵਿੱਚ ਖੁੱਭੀ ਨਾ। ਹੈਰਾਨ ਹੋ ਗਿਆ ਸਿੱਖ ਕਿ ਬੜੀ ਮਿੱਠੀ ਸੁਰ ਹੈ, ਤਿੱਖੀ ਆਵਾਜ਼ ਹੈ, ਕਿਸ਼ੋਰ ਅਵਸਥਾ, ਕੀ ਕਾਰਨ ਹੈ, ਪਾਏ ਵਿੱਚ ਸੂਈ ਕਿਉਂ ਨਹੀਂ ਖੁੱਭੀ।
क्योंकि ध्याता ध्यान दे ज्ञाता ज्ञान गे दी त्रिकुटी च कि मैं पाठ कर रहा, एक बाणी, एक बाबा राम राय जी, एक परमेश्वर, तिन्ने वक्खो वक्खरे त्रिकुटी दे विच सन। इस करके दरगाही अवस्था नहीं सी, उंज प्यार सीगा ते इस कारण सूई नहीं डली। फिर मत्था टेक उत्थों से उठ खलोता है। जिस कमरे श्री गुरु ग्रंथ साहब की लिखती भीड़ तो गुरु हरकृष्ण साहब जी पाठ कर रहे थे, उस थां पुज्या। आप उस वक्त धनासरी राग में महाराज पहले पातशाह की बाणी पढ़ रहे थे। इसका सरलेख धनासरी महला पहला ही है। सो जिथों धनासरी राग आरंभ होंदा है, जियो डरत है अपना कैस्यों करी पुकार। धनासरी महला पहला बाणी के सरलेख के विच जिहड़ा शब्द गुरु हरकृष्ण साहब पढ़ रहे सी, उहदा सरलेख धनासरी महला तीजा है। कई बार पाठी सिंह भुलेखे विच आ जांदा कि पातशाह पहले सतगुरां की बाणी है तो तीजा किधरों आ गया। इसे भुलेखे करके ही जो पातशाह स्वरूप श्रोमणी कमेटी वालों विद्वानों के पासों करवाया गया, विद्वानों ने टबला खाधा कि शायद लिखारियों को उकाई हुई है। पहले पातशाह की बाणी च तीजे पातशाह का शब्द कितों आ गया। उन्हें अपनी मर्जी नाल कुछ वेखण चाखण तो बगैर ही तीजे की जगह पहला कर दिता। जिहड़े हुण वाले स्वरूप ने उहदे विच धनासरी महला पहला सरलेख है। साडे मन च शंका तो कोई नहीं, क्योंकि भावें पहला तो भावें तीजा जोत तो एको ही है। लड़ाई कोई नहीं, झगड़ा कोई नहीं, वाद कोई नहीं, पर एक विचार है कि जो श्रोमणी कमेटी वालों ही छपे हुए लड़ीवार स्वरूपों तो मैं संपट पाठ करता रहा। टकसाल दे विच पुरातन सन 66 के स्वरूप छपे। संत करतार सिंह साहब ने मंगलों की सुधाई की सी। उदों के वो पावन स्वरूप दर्शन दे रहे हैं, उन्होंने तीजा ही लिखा हुआ है। कई बार मैं दर्शन किए हैं तो आपां दा जो मर्जी लिखा होवे, जिहड़ा पक्या पाठ है वही पढ़ीदा है। महापुरखां की उठाणगा इंज सरवण करवाई है कि जब धनासरी महला पहला शब्द पढ़िया गया, क्यों सिमरी सिमरिया नहीं जाए, तपै हियाड़ो जीअड़ा गलाए, सिरज सवारे साचा सोए, तिस विसरे चंगा क्यों होए। ये जब शब्द सुनिया संगत ने तो तीजे पातशाह नूं गुरु अमरदास महाराज नूं गोंदवाल साहब बेनती की। सच्चे पातशाह यदि समझ नहीं आई कि वो सिमरी सिविया नहीं जाए। ये सवाल है, आप कृपा करके उत्तर बख्शो। तो गुरु साहब ने बाणी की अर्थ बाणी में कीते। भरी संगत दे विच शब्द की कथा सुनाई। धनासरी महला तीजा पहला सवाल है, क्यों सिमरी सिमरिया नहीं जाए। तो तीजे पातशाह ने उत्तर दिता, नदर करे तो सिमरिया जाए। ये पंक्ति गुरु हरकृष्ण साहब के मूँह च सी जदों सिख गया। साध संगत जी, पंजवें पातशाह जी ने गुरु ग्रंथ साहब का स्वरूप लिखिया है, भाई गुरदास जी को लिखवाया, भीड़ बनी है। तो श्री गुरु अर्जन देव महाराज ने सोचा कि सवाल का उत्तर इस शब्द के विच है। इस करके शब्द तीजे पातशाह जी की बाणी च लिखने की बजाय पहले पातशाह की बाणी सवाल उत्तर इकट्ठे लिख दिते जान। इंज गुरु अर्जन साहब जी ने खुद आप भाई गुरदास जी के पासों पहले पातशाह की बाणी च तीजे पातशाह का शब्द लिखवाया है। नदर करे तो सिमरिया जाए, आत्मा द्रवय रहे जुगलाए। जी वाहिगुरू कृपा दृष्टि करे तो ही सिमरन हो सकता है। तो आत्मा जिहड़ा मन है या आत्मा द्रवदी है या मन द्रवदा तो लिव लगी रहिंदी है। वो लिव जिहड़ी माता की उदर च बच्चे की लगी हुई सी। ऐसी तोरी ना टूटे शोरी ना छूटे, ऐसी माधो खिंच दनी। सो ऐसी लिव लगी है उन्होंने गुरमुखां दी। गुरु हरकृष्ण साहब जी ध्याता ध्यान दे ज्ञाता ज्ञान गे दी त्रिकुटी मेड़ के गुरबाणी पढ़ रहे थे।
इंज साध संगत जी वो सिख ने जब सूई नाल लाई तो उस वेले महिमा प्रकाश ले गया कि सूई ढल के मोम बन गई तो मोम वांग विच ही पावे दी लुक गई। मुड़ के बड़ी उन्हें लभी नहीं। सिख का चित भी महाराज की बाणी सुन के नरम हो गया, ढल गया, प्रसन्न हो के कहन लगा ये गुरतां दे मालक होणगे। मत्था टेक के काफ़ी चिर बाणी सुन के कमरे चों बाहर आया। फिर श्री गुरु हरिराय साहब जी के कोल आया। मन ने कहा सिखा परख ले गुरु साहब? कहता हाँ महाराज मैं परख आया। महाराज ने आख्या भी गां ना दसी किसी को, गुप्त रखनी है गल, संगत नूं रौला नहीं पाउणा। जदों ज्योति जोत समाई दा उदों ही गल प्रगटाई दी है। इउं सिख ने गुरु हरिराय साहब का बचन मन के पावी सोई खबो के श्री गुरु हरकृष्ण साहब जी नूं 5 साल की उम्र च ही परख लिया सी भी गुरतां दे मालक होणगे। अजे 5.5 साल की उम्र गुरु बनना। और औरंगजेब ने जब गुरु हरिराय साहब के 17 वार उमराव सूबे चढ़ाई सरदार, कोई मजल करदा आउंदा मर गया, कोई शरीर च पीड़ा पैण नाल मर गया, कोई फौज ही आपस कड़ाकड़ी हो गई। कि 17 विचों कोई भी कीरतपुर साहब चढ़ के ना पहुँचा। 6वें पातशाह नूं महाराज ने पूछया श्री गुरु हरिराय साहब ने भी सतगुरु सानू की आ गया जंग करन बारे? महाराज वीर अस नूं वेख के हस पए, असीं जंग नहीं करना। कहते महाराज जी कोई चढ़ के आ जाए फिर? महाराज ने कहा चढ़ के आवेगा तो रस्ते दे विच ही मारिया जाएगा, अपने आप ही मर जाए, तुहाडे उपर नहीं कोई आ सकेगा। इस बचन का सदका औरंगजेब दीयां 17 वारी भेजियां फौजां कीरतपुर साहब तक नहीं पहुँच सकियां। रोपड़ तो परे परे सारियां खत्म होंदियां रहियां या वापस मुड़ते रहे। इंज तवारीख च लिखिया होया है। पर महाराज श्री गुरु हरिराय साहब जी 2200 घोड़सवार सिख फौजी जवान अपने नाल हमेशा रखा करते सन। एक बार मुश्किल पै गई कीरतपुर साहब तो जांदियां। मुगल खां जिहड़ा 7000 फौज का कमांडर गुरु हरिराय साहब ने झटकाया सी अमृतसर खालसा कॉलेज की जंग च, पहले जंग च, उहदे पोतरे ने मातावां समेत संगत की वहीर नूं घेर लिया। तो भाई भगतू के सपुत्र भाई गौरे ने जिहदे नाल फौज में 500 बराड़ सिख सन, उन्होंने मुगलों नाल मुकाबला करके गुरां दे महलों ताईं घेरे चों कढ़ के गुरु साहब के कोल पहुँचाया सी। फिर वो शराब जो गुरु जी के चौर बरदार नूं मारन के 2 छेड़ दिते सन गुरु हरिराय साहब ने बख्शे। उसने फिर प्रेम नाल कहा सी कि महाराज एक शराब जरूर रहन दिओ, क्योंकि मुड़ के लोग सोचणगे भी महाराज पता नहीं एवें बोली गए ने, गुरु जी के बोल सच्चे नहीं होए। 100 शराब बख्श दिते, एक रहन दिओ ताकि लोगों को यकीन हो सके भी आप पूरे गुरु हो, आप दा वचन पूरा। मैनू फायदे की मौत मरन दिओ, बाकी जी मैं गलती की है वह मैं फल भी मिलना चाहिए। मैंने कहा शाबाश बई धन तू सिक्खी रख ली। कोई ये ना कहे भी गुरु के सारे वचन निस्फल हो गए, इस तरह एक रख लिया, चंगा तेनों फाहे लगना पऊगा। फिर भी किसी किस्म का तेनों दुख नहीं होने देंगे। उस वक्त सुखाली मौत नाल तू स्वाद छड़ जाएगा, क्योंकि मरना तो सारिया नहीं है। ये वचन गुरु हरिराय साहब ने कही सी, क्यों भाई गौरे ने उस वक्त सेवा की गुरु के महलों में छड़ाउण दी। जब गुरु का परिवार घेरे च आया वेखिया सी सतलुज के किनारे, इउं गुरु हरिराय साहब शांत चित रहे, नाम नाल प्रचार करते रहे, बाणी का सत्कार करते रहे, तो संगतां नूं गुरसिੱਖੀ का दान दिंदे रहे। 2200 घोड़सवार सिख फौजी जवान हमेशा शस्त्रां नाल सनद व तैयार पर तैयार अपने नाल रखते, जिधर नूं भी जाते वो नाल होया करते। जिस वक्त औरंगजेब ने अधीनगी ना किया सी कि महाराज दर्शन दिओ आके, तो सतगुरां गया साडा दा प्राण है कि ना दर्शन तैनूं देना तो ना ही तेरा दर्शन लेना, तेरे मत्थे नहीं लगना। फिर उस वेले सोढ़ियां ते बेदियां ने कहा महाराज किसी होर नूं भेज दिओ, बादशाह कले खोर है कदे कले ना पाए। मैंने कहा फिर जाओ लाओ मत्था उहदे नाल, कोई तुहाडे चों ही जाओ। सारे डर गए।
कि किहड़ा मरूगा, कोई तैयार नहीं सी होया जान नूं। सारे डरदे राम राय ने आके उस वेले कहा, महाराज जे मैनू कोई शक्ति दिओ तो मैं तुहाडी शक्ति नाल जा सकदा, मेरे अपने विच की बाल है। सुन के गुरु साहब ने कहा, चंगा तेरी रसना दी वसांगे, जो चाहेगा सो हो जाएगा, पर यह गल चेते रखी कि बादशाह की खुशामद च ना पै जाई। बहुती महारत नहीं बादशाहां की लई दी, बहुतियां करामातां ना दिखाई, एक दो विखा के वापस आ जाए, ज़्यादा टाइम नहीं वड्डियां को रहीदा। ये जिहड़े बादशाह लोग ये राजनीति धोखा करते ही करते हैं, जिन्ने मर्जी श्रद्धालु बन जान, इसलिए किनारे ते रहीदा। ये सुन के जब राम राय जी दिल्ली गए तो पहला जांदे ही बकरा जिंदा किया मजनू के टिले, फिर मरी गां जवाई, फिर नरंगे के केस काले कर दिते, फिर संगला दीप दियाँ पदमनियाँ मंगा के दित्तियां जो गुरमत तो उल्ट सीगा काम, फिर मक्के के फल खवाए। इउं साध संगत जी लगातार 360 करामातां दियां मशहूर ने, जिहड़ियां ज्ञानी ज्ञान सिंह ने तवारीख में 72 लिखियां ने, पर असी गुरप्रताप सूरज ग्रंथ में ज़्यादा पढ़ते हैं, वो 360 वाले ने करामात वरती लिखी है। इउं जद ने बादशाह का लिहाज रखने वास्ते आशा दी वार की पंक्ति मिट्टी मुसलमान की नूं बेईमान की कह के जबानी उल्टाता, तो सतगुरु साहब के पास हमेशा खबर पहुँचती सी। यदि महाराज ने कहा, चंगा औरंगजेब की खुशामद करके वो मेल करना चाहता, क्योंकि 15,000 रुपया जो डेली का ये डेरे में आता सी, इनू लालच पै गया पूजा प्रतिष्ठा का। फिर बड़ा सत्कार होंदा सी, दी पालकी विच जांदी सी सभा दे। गुरु नानक साहब की बाणी में सिद्धा पीरा अवतारा मरावां ते राजियां ने नहीं कदे बदलिया, कोई भी बदलने समर्थ है ही नहीं गुरु नानक साहब के वाकां नूं, पर इन्हें साडा पुत्र हो के बाणी बदली है, साडे मत्थे ना लगे। साध संगत जी हुण तुसीं आप ही अंदाज़ा ला लो कि जिहड़ी बाणी नूं उही पलटन लग पए ने लोग, उन्हां दा की हाल होऊगा। बेड़ा गर्क है दुनिया का, ताइयों दा सो दुख भोग रही है दुनिया। महाराज सच्चे पातशाह का सत्कार नहीं है। सतगुरां ने अपने एडे लायक पुत्र नूं भी नहीं बख्शिया, जिन्हें पातशाह के नाल रस बना लिया, तो जिसकी खुशामद मन के बादशाह 13-15 हज़ार रुपया हमेशा वो डेरे भेजदा, जिन्हें केवल जबानी तो उल्टाई, लिखती च नहीं सी उल्टाई, फिर भी दोषी जान के महाराज ने त्यागता तो क्या साढ़े मत्थे ना लगे। उस वक्त फिर लाहौर में चला गया, यदा मूँह लाहौर में सीगा, तो महाराज ने उत्थे भी लाहौर दियां संगतां प्रति हुक्मनामा लिख के भेजता कि कोई भी आना टका पैसा गुरु की अंश कोई भी राम राय नूं भेटा ना करे। पर लाहौर दियां संगतां डर गईयां कि जे इनू मत्था ना टेकिया तो किते शराब ही ना दे दे, बड़ा जहरा है। उन्होंने वेख्या भी हुक्मनामे च आना टका पैसा लिखिया, रुपया तो नहीं लिखा, मोहरा नहीं लिखियां। ये लाहौर की संगत ने छल करके पूजा भी करती तो हुक्मनामा भी मान लिया। फिर गुरु हरिराय साहब ने वचन करता सी भी छलीए बंदे ने। इंज गुरु महाराज बाणी पलटन तो बहुत नाराज हुए तो अपने पुत्र की भेटा भी बंद कर दी। जिन्हें भेटा दी वो नाराज़गी कर दी, गुरियाई तो भी गुरु घर चों खारज करता। फिर गुरु हरकृष्ण साहब जी को गुरता गद्दी बख्शी ते नाल 2200 घोड़ सवार ते होर भी संगतां गुरु साहब की चरनी पाईयां। उस वक्त साध संगत जीओ गुरु हरिराय साहब ने खुद आप आखिया कि साढ़े थां श्री गुरु हरकृष्ण साहब जी ने, ताइयों 10वें पातशाह ने चंडी की वार की पहली पौड़ी च अरदास दे विच लिखिया, श्री हरकृष्ण धियाई है जिस डिठे सब दुख जाय, तेग बहादुर सिमरिया कारण निध आवे ताय, सब ताई होए सहाय। एवं गुरु साहब ने संमत बिक्रमी 1718 कतक वधी 9 पहले पैर कीरतपुर साहब के गुरता गद्दी बख्शिश की। गुरता गद्दी प्राप्त करने तो बाद आप जी ने 2 साल कीरतपुर साहब विखे रह के नाम का प्रचार किया। जिमें चढ़दा सूरज साध संगत जी हनेरा चुक दिंदा, इउं बालक अवस्था में ही सिखां दे परम के हनेरे नूं चुकता।
ਅਵਿਦਿਆ ਦੀ ਰਾਤ ਮੇੜਤੀ, ਭਰਮ ਪਖੰਡ ਦੇ ਤਾਰੇ ਛਪਾ ਤੇ ਮਾਇਆ ਦਾ ਮੋਹ ਰੂਪੀ ਚੰਦਰਮਾ ਫਿੱਕਾ ਪਾਤਾ। ਇੰਜ ਗੁਰੂ ਸਾਹਿਬ ਨੇ ਪ੍ਰਕਾਸ਼ ਕੀਤਾ ਆਪਣਾ। ਇੱਕ ਗੱਦਾ ਚੋਰ ਸੀ, ਗੱਦਾ ਕੀਰਤਪੁਰ ਸਾਹਿਬ 'ਚ ਉਹਦੀ ਚੋਰੀ ਹਟਾਈ ਸੱਚੇ ਪਾਤਸ਼ਾਹ ਨੇ। ਕੀਰਤਪੁਰ ਸਾਹਿਬ ਦੇ ਸਿੱਖ ਜਦ ਆਪਣੇ ਘਰਾਂ ਨੂੰ ਬੰਦ ਕਰ ਗਏ, ਕੀਰਤਨ 'ਚ ਆ ਕੇ ਬੈਠੇ ਤਾਂ ਘਰ ਨੂੰ ਪਾੜ ਲਾ ਕੇ ਜਿਸ ਵਕਤ ਅੰਦਰ ਵੜਿਆ ਤਾਂ ਅੰਦਰ ਗੁਰੂ ਹਰਕ੍ਰਿਸ਼ਨ ਸਾਹਿਬ ਬੈਠੇ ਨੇ ਵੇਖੇ। ਫਿਰ ਸ਼ਰਮ ਦਾ ਮਾਰਿਆ ਉੱਥੋਂ ਭੱਜਿਆ। ਇੰਜ ਮਨ ਨੇ ਚੋਰੀ ਛਡਾਈ ਗੱਦੇ ਗਿੱਲ ਦੀ, ਆ ਕੇ ਮਹਾਰਾਜ ਦੇ ਚਰਨੀ ਪਿਆ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕੋ ਹੀ ਪੰਕਤੀ ਪੜ੍ਹੀ ਬਸ ਗੁਰਬਾਣੀ ਦੀ, ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹਨੇ ਪੈਰ ਫੜ ਲਏ ਅਤੇ ਰੋਣ ਲੱਗ ਪਿਆ ਸੀਗਾ, ਮਾਫੀ ਮੰਗੀ। ਇਸੇ ਤਰ੍ਹਾਂ ਇੱਕ ਰਾਮ ਰਾਜਾ ਨਾਮ ਦਾ ਰੋਪੜ ਦਾ ਮਨੁੱਖ ਸੀਗਾ, ਰਾਮ ਰਾਜਾ ਨਾਮ ਦਾ। ਇਹ ਬਾਣੀਆ ਸੀਗਾ, ਇਹ ਆਪਣੀਆਂ ਧੀਆਂ ਨੂੰ ਮਾਰਦਾ ਸੀਗਾ। 7 ਧੀਆਂ ਨੇ ਮਾਰੀਆਂ ਸੀਗੀਆਂ, ਉਹਨੂੰ ਲੜਕੀਆਂ ਮਾਰਨ ਤੋਂ ਹਟਾਇਆ ਸੱਚੇ ਪਾਤਸ਼ਾਹ ਨੇ। ਇੰਜ ਸਾਧ ਸੰਗਤ ਜੀ, ਇੱਕ ਬੰਦਾ ਤੰਬਾਕੂ ਪੀਣ ਵਾਲਾ ਸੀ ਹੁਸ਼ਿਆਰਪੁਰ ਦਾ, ਉਹਨੂੰ ਤੰਬਾਕੂ ਪੀਣ ਤੋਂ ਹਟਾਇਆ। ਫਿਰ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਕੇ ਬਹੁਤ ਸਿੱਖਾਂ ਦਾ ਉਧਾਰ ਕਰਦੇ ਰਹੇ, ਉਹ ਗਿਣੇ ਨਹੀਂ ਜਾਂਦੇ। ਜਿੰਨੇ ਪਹਿਲੇ ਸਤਿਗੁਰਾਂ ਦੇ ਸਿੱਖ ਸਨ ਸਾਰੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ। ਨਵੀਆਂ ਹੋਰ ਸਿੱਖ ਸੰਗਤਾਂ ਬਣਦੀਆਂ, ਜਿਨ੍ਹਾਂ ਸਤਿਗੁਰਾਂ ਨੇ ਰਾਮ ਰਾਜ ਦੀ ਈਰਖਾ ਕਰਕੇ ਦਿੱਲੀ ਬੁਲਾਉਣ ਤੋਂ ਦਿੱਲੀ ਜਾਂਦੇ ਹੋਇਆ ਰਸਤੇ ਪੰਜੋਖਰੇ ਪਿੰਡ 'ਚ ਗੂੰਗੇ ਤੇ ਬੋਲੇ ਸਜੋ ਚੀਵਰ ਤੋਂ ਗੀਤਾ ਦੇ ਅਰਥ ਕਰਵਾ ਕੇ ਲਾਲ ਪੰਡਤ ਦਾ ਹੰਕਾਰ ਤੋੜ ਕੇ ਉਹਨੂੰ ਆਪਣਾ ਸਿੱਖ ਬਣਾ ਲਿਆ ਸੀ ਸੱਚੇ ਪਾਤਸ਼ਾਹ। ਇੰਜ ਜਿਨ੍ਹਾਂ ਨੇ ਕੌਤਕ ਕੀਤੇ ਦਿੱਲੀ 'ਚ ਜਾ ਕੇ ਅੱਜ ਵੀ ਜਿਹੜਾ ਗੁਰਦੁਆਰਾ ਪੰਜੋਖਰਾ ਸਾਹਿਬ ਹਾਜ਼ਰੀ ਭਰੇ ਅਤੇ ਉਹਨਾਂ ਦੇ ਦੁੱਖ ਰੋਗ ਕੱਟੇ ਜਾਂਦੇ ਨੇ। ਜਿਹੜੇ ਬੱਚੇ ਬੋਲਣ ਉਹ ਬੋਲਣ ਲੱਗ ਪੈਂਦੇ ਹਨ। ਐਸੀ ਮਹਾਰਾਜ ਦੀ ਕਿਰਪਾ। ਜਿੱਥੇ ਗੁਰਦੁਆਰਾ ਚਰਨ ਕਮਲ ਬੰਗਲਾ ਸਾਹਿਬ ਹੈ, ਉੱਥੇ ਆਪ ਨੇ ਦਿੱਲੀ ਚਰਨਾਂ ਦੇ ਜਲ ਨਾਲ ਜਿਹੜੀ ਹੈਜ਼ੇ ਦੀ ਬਿਮਾਰੀ ਸੀਗੀ ਉਹ ਸੰਗਤਾਂ ਦੇ ਵਿੱਚੋਂ ਦੂਰ ਕੀਤੀ। ਮੰਜੇ 'ਤੇ ਪਾ ਕੇ ਲੋਕ ਮਰੀਜ਼ ਲਿਆਉਂਦੇ ਅਤੇ ਮਹਾਰਾਜ ਦੇ ਇਸ਼ਨਾਨ ਕੀਤੇ, ਜਲ 'ਚ ਇਸ਼ਨਾਨ ਕਰਕੇ ਅਤੇ ਜਲ ਛਕ ਕੇ ਪੈਰਾਂ ਨਾਲ ਤੁਰ ਕੇ ਆਪਣੇ ਘਰਾਂ ਨੂੰ ਜਾਂਦੇ। ਐਸੀ ਗੁਰੂ ਮਹਾਰਾਜ ਦੀ ਬਖਸ਼ਿਸ਼, ਸਾਰੀ ਬਿਮਾਰੀ ਚੁੱਕੀ ਗਈ। ਸਭ ਦਿੱਲੀ ਦੀ ਸੰਗਤ ਰਾਜ਼ੀ ਹੋ ਗਈ, ਮਰੀ ਦੀ ਬਿਮਾਰੀ ਹਟਾਈ। ਐਸੇ ਚੋਜੀ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਅੱਜ ਸਾਵਣਵਦੀ ਨਾਵੀਂ ਦਾ ਦਿਨ ਹੋਣ ਕਰਕੇ ਪ੍ਰਕਾਸ਼ ਪੁਰਬ ਹੈ। ਸਭ ਸੰਗਤਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਸ਼ਰਧਾ ਭਾਵਨਾ ਪ੍ਰੇਮ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀਓ, ਲੜੀਵਾਰ ਕਥਾ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ। ਇੱਕ ਵਾਰ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਜੈ ਸ੍ਰੀ ਦੀ ਵਾਰ ਦਾ 19ਵਾਂ ਸਲੋਕ ਹੈ। ਗੋਰਾ ਗੋਬਿੰਦਾ ਗੋਪਾਲ ਗੋਰਾ। ਗੁਰ ਪੰਜਵੇਂ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿ ਰਹੇ ਨੇ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਗੁਰੂਆਂ ਦੇ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਅਤੇ ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਾਂ ਦੀ ਪਾਲਣਾ ਕਰਨ ਵਾਲੇ ਹਨ। ਗੌਰ ਪੂਰਨ ਨਾਰਾਇਣ ਹੈ। ਅਤੇ ਸਤਿਗੁਰੂ ਨਾਨਕ ਦੇਵ ਸਾਰੀਆਂ ਥਾਵਾਂ ਵਿੱਚ ਪਰਿਪੂਰਨ ਵਿਆਪਕ ਪਰਮੇਸ਼ਰ ਦਾ ਸਰੂਪ ਹਨ। ਵਿਦਿਆ ਰੂਪ ਜਿਨ੍ਹਾਂ 'ਚ ਰਾਤ ਨਹੀਂ ਹੈ, ਕਾਮ ਕ੍ਰੋਧ ਆਦਿਕ ਦੁਸ਼ਮਣਾਂ ਦਾ ਘਰ ਨਹੀਂ ਹੈ। ਸਤਿਗੁਰੂ ਜੀ ਸਾਰੇ ਨਰਾਂ ਦੇ ਹਿਰਦੇ ਰੂਪ ਘਰਾਂ 'ਚ ਨਿਵਾਸ ਕਰਦੇ ਹਨ। ਗੌਰ ਦਇਆਲ ਸਮਰੱਥ ਗੌਰ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਹੈ, ਉਹ ਦਇਆ ਦੇ ਘਰ ਅਤੇ ਸਰਬ ਸ਼ਕਤੀਮਾਨ ਹਨ।
5.5 साल की अवस्था च गुरु बने, 2.5 साल 2 साल गद्दी की ते पूरी शक्ति दे नाल सर्व कला समर्थ जोत सन, जो जीवन ब्रह्म ज्ञान बख्श के संसार समुद्र तो इंज ही मुक्त करते रहे जिवें पहले गुरु साहब करते सन। गुर नानक पद ते उदाहरण है। पर सतगुरु नानक देव महाराज शरण आए पापियां नूं तारन वाले हैं। श्री गुरु नानक देव जी का 8वां श्लोक, श्री गुरु हरकृष्ण साहब जी भी बेअंत पापियां का उद्धार करने वाले ने। अज भी पंजोखरा साहब के जो दर्शन इशनान करदा उन्हां दे पाप उतर जाते हैं। जिन्हां को मैं कार सीखी है गुरमुख प्यारे ढिल्लों साहब, तो उन्हां दा बच्चा उन्होंने मैनूं दसिया भी 5 साल तक नहीं बोलिया। किसी ने दसिया कहते मैं हर ऐतवार जाना बच्चे को लैके उत्थे दा इशनान करवाना, महाराज में प्रसाद करवाना, अरदास करनी, नाले लंगर च जूठे भांडे मांजने, नाले बच्चे को मत्था टेकाउणा, सेवा करवानी, लंगर पानी छकना, सारी दिहाड़ी उत्थे रह के ऐतवार दे ऐतवार। तो महाराज गुरु हरकृष्ण साहब ने कृपा की, 5 साल बाद कहते बच्चा बोलिया। इस खुशी च ਸਿੰਘਾਂ ਦੀ बड़ी सेवा करते, बड़ी उन्होंने गुरुद्वारे से भावना है। जदों भी कोई सिंह मिले, कोई भी मिले, जो सिंह शहीदों का सेवादार है उन्होंने न्यों के, भावें कोई भचंगी है कोई भी है, जिन्होंने नहीं जानते उन्होंने भी न्यों के फतेह बुलाते। तो ऐसी उन्होंने श्रद्धा है महाराज की कृपा नाल। इंज महाराज अज भी खुले लंगर लाए हुए हैं। पौजल बिखम असगाहो, संसार रूपी समुंदर तरना बड़ा कठिन ते डूंगा है। ये कठिन संसार रूप समुंदर का कोई भी पुरख जब तक आदि साधना करके था नहीं पा सकता। गौर बोहित तारे अमा, ये तो सतगुरु नानक देव महाराज ने जीवां नूं नाम का जहाज दे के चाढ़ के तारना किया, तो अज भी जीव उतार रहे हैं। उस जहाज दियां टिकटां गुरु हरकृष्ण साहब ने मंडियां, वाहिगुरु नाम जहाज है चढ़े सोतरे पार, जो श्रद्धा कर सेम दे पार उतारन हार। नानक पूर करामा, सतगुरु 5वें पातशाह जी फरमाउंदे जिन्हां पुरखां दे पूरे भाग निष्काम कर्म हन, सतगुर चरणी लग्या। पूरे सतगुरु नानक देव जी महाराज, गुरु रामदास जी दे, श्री गुरु हरकृष्ण साहब जी के चरनी लगते हैं। श्री हरकृष्ण ध्याई है जिस डिठे सब दुख जाए। पौड़ी महापुरख दसिया करते सी कि जिथे गुरु साहब जी जाके बिराजे थड़ा साहब, वो तो अमृत जल की धारा सरोवर के सीधी पैंदी है। गुरुद्वारे की तो सरोवर की सेवा बाबा गुरबचन सिंह जी खालसा पिंडां वाले ने करवाई। तो ये बचन सुनाया बाबे ठाकर सोह ने मेरे सामने नगर निवासियों को आख्या कि भाई जिन्नी मर्जी वधिया सेवा करो पर थड़ा ना ढायो वीर बन के। वड्डे महापुरखों का वचन है कि असली थड़ा है साहब का, जिथे महाराज आके बैठे। तो वो नगर निवासियों के बलिहार जाइए दिल्ली वाले बाबियां उन्होंने सेवा दी ते नाल हदायत की। वो थड़ा साहब भोरे में तो लै लिया है पर ढाया नहीं, तो उपर महाराज का द्वार बनाया। इंज अज भी महाराज का प्रकाश है। पौड़ी 5वें पातशाह जी अर्थ करते हैं। धन धन गुरदेवा, श्री गुरु नानक देव जी धन हन, श्री गुरु अंगद देव जी धन हन, श्री गुरु अमरदास जी धन ने, श्री गुरु रामदास जी धन ते धन हन श्री गुरु हरकृष्ण साहब जी तुसी धन हो। जिन्नी तुदनों धन कहिया तिन जम नेड़ न आया। जैस संग हर जपे, जिन्ना
ਗੁਰਾਂ ਦੀ ਸੰਗਤ ਕਰਕੇ ਅਸਾਂ ਨੇ ਜੀਵਾਂ ਨੇ ਹਰੀ ਪਰਮੇਸ਼ਰ ਦਾ ਜਾਪ ਕੀਤਾ, ਜਾਂ ਸਾਰੀ ਸ੍ਰਿਸ਼ਟੀ ਵਾਹਿਗੁਰੂ ਨਾਮ ਦਾ ਜਾਪ ਕਰਕੇ ਤਰ ਗਈ ਤੇ ਤਰ ਰਹੀ ਹੈ। ਗੁਰ ਕਿਰਪਾਲ ਜਬ ਭਏ, ਸਤਿਗੁਰੂ ਨਾਨਕ ਦੇਵ ਜੀ ਕਿਰਪਾਲੂ ਹੋਏ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਰਪਾਲੂ ਹੋਏ, ਤਾਂ ਅਵਗੁਣ ਸਭ ਛਪੇ। ਇਹਦੇ ਵਿੱਚੋਂ ਸਾਰੇ ਔਗਣ ਲੁਕ ਗਏ, ਭਾਵ ਛੱਡ ਕੇ ਭੱਜ ਗਏ। ਅਰਥਾਤ ਜਿਵੇਂ ਸੂਰਜ ਚੜ੍ਹਨ ਤੋਂ ਰਾਤ ਦਾ ਹਨੇਰਾ ਅਲੋਪ ਹੋ ਜਾਂਦਾ, ਇੰਜ ਗਿਆਨ ਰੂਪੀ ਸੂਰਜ ਚੜ੍ਹਨੇ ਕਰਕੇ ਅਵਿਦਿਆ ਰੂਪੀ ਰਾਤ ਦਾ ਹਨੇਰਾ ਅਲੋਪ ਹੋ ਗਿਆ। ਪਾਰ ਬ੍ਰਹਮ ਗੁਰਦੇਵਾ, ਈਸ਼ਰ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਨੀਚਾ ਉੱਚ ਥਪੇ, ਪੁਰਖ ਕਿਹੜੇ ਸੀ? ਭਾਈ ਮਰਦਾਨਾ ਜੀ ਮਰਾਸੀ ਮੁਸਲਮਾਨ, ਉਹਨੂੰ ਵੇਖੋ ਰਾਗੀ ਬਣਾ ਕੇ ਆਪਣੀ ਸੰਗਤ ਬਖਸ਼ੀ, ਉੱਚੀ ਜਗ੍ਹਾ ਸਥਾਪਨ ਕੀਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇੱਕ ਝੀਵਰ ਰੰਗ ਜਿਹਦਾ ਪੁੱਠੇ ਤਵੇ ਵਰਗਾ ਕਾਲਾ, ਪੜ੍ਹਨਾ ਤਾਂ ਕੀ ਕਦੀ ਪੜ੍ਹਦੇ ਵੀ ਨਹੀਂ ਸਨ ਵੇਖੇ, ਵੇਖੋ ਉਹਨੂੰ ਆਪਣੇ ਜਲ 'ਚ ਇਸ਼ਨਾਨ ਕਰਾ ਕੇ ਤੇ ਬ੍ਰਹਮ ਗਿਆਨੀ ਬਣਾ ਦਿੱਤਾ। ਜਿਹੜੇ ਜੂਨਾਂ 'ਚ ਭਰਮਣ ਵਾਲੇ ਉਹਨਾਂ ਨੂੰ ਉੱਚੀ ਪਦਵੀ ਮੁਕਤ ਰੂਪ ਪਦਵੀ 'ਤੇ ਸਥਿਤ ਕੀਤਾ। ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਦਿੱਲੀ ਵਾਲੀ ਸੰਗਤ ਤਾਈਓ ਮਹਾਰਾਜ ਨੂੰ ਮੰਨਦੀ ਹੈ। ਵੇਖੋ ਬੰਗਲਾ ਸਾਹਿਬ ਸੋਨਾ ਲਾ ਰਹੀ ਹੈ, ਪਾਲਕੀ ਸਾਹਿਬ ਇੱਕ ਤਾਂ ਬੰਗਲਾ ਸਾਹਿਬ ਸੁਸ਼ੋਭਿਤ ਹੈ ਸੋਨੇ ਦੀ, ਜੋ ਦਿੱਲੀ ਵਾਲੀ ਸੰਗਤ ਨੇ ਭੇਟਾ ਕੀਤੀ, ਉਹ ਤਾਂ ਉਹਨਾਂ ਦਾ ਆਪਣਾ ਸ਼ਹਿਰ ਹੀ ਹੈ। ਇੱਕ ਸੋਨੇ ਦੀ ਪਾਲਕੀ ਉਹਨਾਂ ਪੰਜੋਖਰੇ ਭੇਟਾ ਕੀਤੀ, ਤੇ ਇੱਕ ਲਾਹੌਰ ਪਾਕਿਸਤਾਨ ਨਨਕਾਣਾ ਸਾਹਿਬ ਲੈ ਕੇ ਗਏ। ਸੋ ਐਸੀ ਮਹਾਰਾਜ ਦੀ ਸੰਗਤ ਹੈ। ਕਾਟ ਸਿਲਕ ਦੁਖ ਮਾਇਆ, ਮਾਇਆ ਦੇ ਦੁੱਖਾਂ ਦੀ, ਜੰਮਣ ਮਰਨ ਦੇ ਦੁੱਖਾਂ ਦੀ ਫਾਹੀ ਕੱਟ ਕੇ ਕਰ ਲੀਨੇ ਆਪਦਸੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਆਪਣੇ ਦਾਸ ਬਣਾ ਲਿਆ, ਆਪਣੇ ਸੇਵਕ ਬਣਾ ਲਿਆ। ਕਾਲ ਰੂਪ ਵਿਪਤਾ ਤੋਂ ਮਨ ਰੂਪੀ ਹੱਥ ਪਕੜ ਕੇ ਆਪਣੀ ਤਰਫ ਕਰਕੇ ਆਪਣੇ ਸਰੂਪ 'ਚ ਲੀਨ ਕਰ ਲਿਆ ਹੈ। ਮੋਹ ਮਾਇਆ ਦੀ ਫਾਹੀ ਨੂੰ ਸਤਿਗੁਰਾਂ ਨੇ ਕੱਟ ਦਿੱਤਾ ਹੈ। ਗੁਣ ਗਾਏ ਬੇਅੰਤਾ, ਸੋ ਮਹਾਰਾਜ ਜੀ ਦੇ ਗੁਣ ਕੀਰਤਨ ਰੂਪ ਦੇ ਵਿੱਚ ਬੇਅੰਤ ਕਰਕੇ ਗਾਉਣਾ ਕੀਤੇ। ਰਸਨਾ ਹਰ ਜਸੇ, ਸਤਿਗੁਰਾਂ ਦੀ ਕਿਰਪਾ ਕਰਕੇ ਹੀ ਦਾਸਾਂ ਨੇ ਜ਼ਬਾਨ ਦੇ ਨਾਲ ਪਰਮੇਸ਼ਰ ਦੇ ਕੀਰਤਨ ਰੂਪ ਦੇ ਵਿੱਚ ਸ਼ੁਭ ਗੁਣ ਬੇਅੰਤ ਕਰਕੇ ਗਾਉਣਾ ਕੀਤੇ ਹਨ। ਇਹ ਜਿਹੜੀ ਜ਼ਬਾਨ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਦੇ ਨਾਲ ਹੀ ਚੱਲ ਰਹੀ ਹੈ। ਕਥਾ ਕੀਰਤਨ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ। ਸੋ ਮਹਾਰਾਜ ਦਾ ਫਰਮਾਨ ਹੈ ਕਿ ਜਿਉਂ ਬੁਲਾਵੇ ਹੈ ਤਿਉਂ ਬੋਲੇ ਸੁਆਮੀ, ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਾਤਸ਼ਾਹ ਜੀ ਦਾ ਬਚਨ ਹੈ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨ। ਸੋ ਮਹਾਰਾਜ ਧੰਨ ਹਨ, ਜਿੰਨੇ ਰੋਮ ਨੇ ਇੰਨੀ ਵਾਰ ਵੀ ਸੀਸ ਭੇਟਾ ਕਰਕੇ ਗੁਰੂ ਜੀ ਨੂੰ ਨਮਸਕਾਰ ਕਰੀਏ ਤਾਂ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦੇਣ ਨਹੀਂ ਦੇ ਸਕਦੇ। ਜਿੰਨਾ ਸੋਹਣਾ ਬੜਾ ਤੰਦਰੁਸਤ ਸਰੀਰ ਦਿੱਤਾ ਹੈ, ਰੋਗਾਂ ਤੋਂ ਮੁਕਤੀ ਦਿੱਤੀ ਹੈ, ਸੋਹਣੀ ਬੜੀ ਕਥਾ ਹੈ, ਕੀਰਤਨ ਹੈ, ਇਹ ਬਖਸ਼ਿਸ਼ ਕੀਤੀ ਹੈ, ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਗੁਰਬਾਣੀ ਪੜ੍ਹਾਈ, ਯਾਦ ਕਰਾਈ, ਸ਼ੁੱਧ ਕਰਾਈ, ਸੰਗਤ ਦਾ ਇਹ ਜੋੜ ਮੇਲ ਬਣਾਇਆ ਹੈ। ਇਹ ਮਹਾਰਾਜ ਸਾਹਿਬ ਦੀ ਕਿਰਪਾ ਗੁਰੂ ਘਰ ਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਇਹ ਸਾਹਿਬਾਂ ਦੀ ਕਿਰਪਾ ਨਾਲ ਹੀ ਵਰਤ ਰਹੀਆਂ ਨੇ। ਅੱਜ ਉਹਨਾਂ ਦਾ ਪ੍ਰਕਾਸ਼ ਪ੍ਰਭਾਵ ਮਨਾ ਰਹੇ ਹੋ। ਸਤਿਗੁਰੂ ਰਹਿਮਤ ਕਰਨ, ਤੁਹਾਡੇ ਘਰਾਂ ਵਿੱਚ ਸੁਖ ਸ਼ਾਂਤੀ, ਬਾਲ ਬੱਚਿਆਂ ਦੀ ਤੰਦਰੁਸਤੀ ਬਖਸ਼ਣ। ਕਾਟ ਸਿਲਕ ਦੁਖ ਮਾਇਆ, ਕਰ ਲੀਨੇ ਆਪਦਸੇ। ਗੁਣ ਗਾਏ ਬੇਅੰਤਾ, ਰਸਨਾ ਹਰ ਜਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ